ਮੈਂ ਡਾਕਟਰ ਦਲਜੀਤ ਕੌਰ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਐਲਪੀਐਮ ਦੇ ਵਿੱਚੋਂ ਅੱਜ ਤੁਹਾਡੇ ਸਾਰੇ ਪਸ਼ੂ ਪਾਲਕਾਂ ਦੇ ਅੱਗੇ ਇੱਕ ਵਿਸ਼ਾ ਰੱਖਣਾ ਚਾਹਾਂਗੀ, ਜਿਸ ਦਾ ਸਿਰਲੇਖ ਹੈ ਕਿ ਵੱਖ-ਵੱਖ ਤਰ੍ਹਾਂ ਦੇ ਸ਼ੈੱਡ ਅਤੇ ਉਹਨਾਂ ਸੰਬੰਧੀ ਜਾਣਕਾਰੀ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਰੱਖ ਰਖਾਵ ਪ੍ਰਣਾਲੀਆਂ ਜੋ ਕਿ ਪੋਲਟਰੀ ਪਾਲਣ ਧੰਦੇ ਵਿੱਚ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੀਆਂ ਹਨ, ਅਤੇ ਇਸ ਤੋਂ ਇਲਾਵਾ ਕੀ ਐਡਵਾਂਸਮੈਂਟਸ ਜਿਹੜੀਆਂ ਨੇ ਉਹ ਲੋੜੀਂਦੀਆਂ ਹਨ ਅੱਜ ਦੇ ਪੰਜਾਬ ਦੇ ਕਲਾਈਮੇਟ ਜਲਵਾਯੂ ਦੇ ਅਕੋਰਡਿੰਗਲੀ। ਸੋ ਇਸ ਵਿੱਚ ਜੇ ਅਸੀਂ ਅੱਗੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਆ ਜਾਂਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੀ ਕਿ ਮੁਰਗੀ ਫਾਰਮਾਂ ਵਾਸਤੇ ਅਨੁਕੂਲ ਹੋਵੇ। ਸੋ ਸਭ ਤੋਂ ਪਹਿਲਾਂ ਉਹ ਜਗ੍ਹਾ ਜਿਹੜੀ ਕਿ ਆਮ ਸੜਕ ਤੋਂ ਕੁਝ ਉਤਾਂਹ ਹੋਵੇ, ਉਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਜਿਸ ਕਰਕੇ ਤੁਸੀਂ ਪਾਣੀ ਖੜਨ ਦੀ ਸਮੱਸਿਆ ਤੋਂ ਵੀ ਬਚ ਜਾਓਗੇ। ਇਸ ਦੇ ਨਾਲੋਂ ਨਾਲ ਇਹ ਜਗ੍ਹਾ ਦੂਸਰੇ ਪੋਲਟਰੀ ਫਾਰਮਾਂ ਤੋਂ ਦੂਰੀ 'ਤੇ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਨੁੱਖੀ ਆਵਾਸ, ਜਰਨੈਲੀ ਸੜਕਾਂ ਅਤੇ ਫੈਕਟਰੀਆਂ ਅਤੇ ਹੋਰ ਉਦਯੋਗਿਕ ਸੰਸਥਾਵਾਂ ਤੋਂ ਦੂਰੀ 'ਤੇ ਹੋਣੀ ਚਾਹੀਦੀ ਹੈ। ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਹੋ ਜਿਹਾ ਵਾਤਾਵਰਨ ਜਿੱਥੇ ਪੰਛੀਆਂ ਨੂੰ ਹਮੇਸ਼ਾ ਤਾਜ਼ੀ ਹਵਾ ਮਿਲਦੀ ਰਹੇ, ਇਸ ਤਰ੍ਹਾਂ ਦਾ ਏਰੀਆ ਸਾਨੂੰ ਚੂਜ਼ ਕਰਨਾ ਚਾਹੀਦਾ ਹੈ। ਜਗ੍ਹਾ ਦੀ ਚੋਣ ਕਰਦਿਆਂ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਸ ਥਾਂ ਦਾ ਪਾਣੀ ਪੀਣ ਯੋਗ ਵੀ ਹੈ ਕਿ ਨਹੀਂ। ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਆਪਣੇ ਪਾਣੀ ਦੀ ਲੈਬ ਟੈਸਟਿੰਗ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਇਸ ਅਲੱਗ ਗੱਲ ਕਰੀਏ ਤਾਂ ਹੋਰ ਸਾਨੂੰ ਉੱਥੋਂ ਦੀਆਂ ਕਿਹੜੀਆਂ ਸਹੂਲਤਾਂ ਵੱਲ ਧਿਆਨ ਦੇਣਾ ਪਏਗਾ। ਆਓ ਵੇਖੀਏ। ਉੱਥੇ ਮੁਰਗੀ ਫਾਰਮ ਸਥਾਪਿਤ ਕਰਨ ਵੇਲੇ ਸਾਨੂੰ ਬਿਜਲੀ ਪ੍ਰਬੰਧ ਦੇ ਬਾਰੇ 'ਚ ਬਿਜਲੀ ਪ੍ਰਬੰਧ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਜੇ ਅਸੀਂ ਇਸ ਐਗਜ਼ਾਮਪਲ ਨੂੰ ਲੈ ਕੇ ਚੱਲੀਏ ਤਾਂ ਫਾਰਮ ਦੇ ਲਈ ਲੇਆਊਟ ਜੋ ਕਿ ਇੱਥੇ ਸ਼ੋਅ ਕੀਤਾ ਜਾ ਰਿਹਾ ਹੈ, ਇਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਬਰੋਇਲਰ ਸ਼ੈੱਡ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਤਾਂ ਮੁੱਢਲੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਇਹ ਹੈ ਕਿ ਜਨਰਲੀ ਪੋਲਟਰੀ ਫਾਰਮਾਂ ਦੇ ਉੱਤੇ ਸ਼ੈੱਡ ਦੀ ਚੌੜਾਈ ਆਮ ਕਰਕੇ 30 ਫੁੱਟ ਘੱਟੋ ਘੱਟ ਹੋਣੀ ਚਾਹੀਦੀ ਹੈ। ਜੇ ਅਸੀਂ 1000 ਬਰੋਇਲਰ ਹਰ ਹਫ਼ਤੇ ਲੈਣਾ ਚਾਹੁੰਦੇ ਹਾਂ ਤਾਂ ਕੁਝ ਇਸ ਤਰ੍ਹਾਂ ਸਾਨੂੰ ਪਲਾਨ ਕਰਨਾ ਪਏਗਾ। ਲਾਈਕ ਇੱਥੇ ਸ਼ੋਅ ਕੀਤਾ ਜਾ ਰਿਹਾ, ਤੁਸੀਂ ਇਸ ਵਿੱਚ ਦੇਖ ਸਕਦੇ ਹੋ ਨਕਸ਼ੇ ਦੇ ਵਿੱਚ ਕਿ 8 ਸ਼ੈੱਡ ਜਿਨ੍ਹਾਂ ਦੀ ਚੌੜਾਈ ਜਿਹੜੀ ਹੈ 30 ਫੁੱਟ ਅਤੇ ਲੰਬਾਈ ਲਗਭਗ 35 ਫੁੱਟ ਅਸੀਂ ਰੱਖ ਸਕਦੇ ਹਾਂ। ਅਤੇ 2 ਸ਼ੈੱਡ ਸਾਨੂੰ ਇਸ ਤਰ੍ਹਾਂ ਦੇ ਚਾਹੀਦੇ ਹੋਣਗੇ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਰਾਸ਼ਨ ਵਾਸਤੇ ਜਾਂ ਹੋਰ ਸਾਜੋ ਸਮਾਨ ਵਾਸਤੇ ਅਸੀਂ ਉਹਨਾਂ ਨੂੰ ਯੂਜ਼ ਕਰ ਸਕੀਏ। ਤਾਂ 2 ਸ਼ੈੱਡ 10 ਬਾਈ 15 ਫੁੱਟ ਦੇ ਡਾਇਮੈਂਸ਼ਨ ਦੇ ਅਸੀਂ ਬਣਾ ਸਕਦੇ ਹਾਂ। 4 ਕਮਰੇ ਸਾਨੂੰ ਸਟਾਫ ਦੇ ਲਈ ਚਾਹੀਦੇ ਹੋਣਗੇ, ਜਿਸ ਦੇ ਵਿੱਚ ਇੱਕ ਆਫਿਸ ਦੇ ਲਈ, ਇੱਕ ਸਟੋਰ ਦੇ ਲਈ ਹੋ ਗਿਆ, ਇੱਕ ਟਿਊਬਵੈੱਲ ਦੇ ਲਈ ਹੋ ਗਿਆ, ਜਾਂ ਅਦਰ ਸਟਾਫ ਦੇ ਲਈ ਸਾਨੂੰ ਇਹ ਵਿਵਸਥਾ ਕਰਨੀ ਪਏਗੀ। ਇਸ ਪਿਕਚਰ ਦੇ ਵਿੱਚ ਤੁਸੀਂ ਦੇਖੋਗੇ ਇੱਕ ਜਸਟ ਸ਼ੈੱਡ ਦੀ ਇੱਕ ਰੇਖਾ ਚਿੱਤਰ ਤੁਹਾਨੂੰ ਦਿਖਾਇਆ ਜਾ ਰਿਹਾ। ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਚੌੜਾਈ ਦਿਖਾਈ ਜਾ ਰਹੀ ਹੈ ਕਿ ਲਗਭਗ 30 ਤੋਂ 35 ਫੁੱਟ ਹੋਣੀ ਚਾਹੀਦੀ ਹੈ, ਜਿਸ ਦਾ ਕਾਰਨ ਇਹ ਹੈ ਕਿ ਜੇ 30 ਫੁੱਟ ਤੋਂ ਘੱਟ ਹੋਏਗੀ ਤਾਂ ਜਿਹੜੀ ਉੱਥੋਂ ਦੀ ਹਵਾ ਦੀ ਆਵਾਜਾਈ ਹੈ ਉਹ ਬੜੀ ਸਫੋਕੇਟਡ ਜਿਹੀ ਹੋ ਜਾਏਗੀ ਅਤੇ ਅੰਦਰ ਅਮੋਨੀਆ ਗੈਸਾਂ ਵਗੈਰਾ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਆਉਣਗੀਆਂ ਅਤੇ ਮੁਰਗੀਆਂ ਜਾਂ ਬਰੋਇਲਰਸ ਨੂੰ ਸਾਹ ਦੀ ਪ੍ਰੋਬਲਮ ਹੋ ਸਕਦੀ ਹੈ। ਇਸ ਕਰਕੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਘੱਟੋ ਘੱਟ ਵਿੱਥ ਜਿਹੜੀ ਹੈਗੀ ਹੈ ਪਾਸਿਆਂ ਦੀਆਂ ਕੰਧਾਂ ਦੇ ਵਿੱਚ 30 ਫੁੱਟ ਦੀ ਹੋਣੀ ਚਾਹੀਦੀ ਹੈ। ਉਚਾਈ ਦੀ ਗੱਲ ਕਰੀਏ ਤਾਂ ਉਚਾਈ ਲਗਭਗ ਘੱਟੋ ਘੱਟ 12 ਫੁੱਟ ਤੋਂ ਲੈ ਕੇ 15 ਫੁੱਟ ਤੱਕ ਦੀ ਜੋ ਹੈ ਇਸ ਦੇ ਲਈ ਸਿਫਾਰਿਸ਼ ਕੀਤੀ ਜਾਂਦੀ ਹੈ, ਤਾਂ ਕਿ ਸਹੀ ਵੈਂਟੀਲੇਸ਼ਨ ਨੂੰ ਅਸੀਂ ਅੰਦਰ ਸਥਾਪਿਤ ਕਰ ਸਕੀਏ। ਨੈਕਸਟ ਪਿਕਚਰ ਜਿਹੜੀ ਤੁਹਾਨੂੰ ਇਹ ਦਿਖ ਰਹੀ ਹੈ, ਇਸ ਦੇ ਵਿੱਚ ਵੱਖ-ਵੱਖ ਛੱਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਤੁਸੀਂ ਦੇਖੋਗੇ ਕਿ ਇੱਕ ਆਪਾਂ ਜੇ ਇਸ ਨੂੰ ਗੱਲ ਕਰੀਏ ਸ਼ੈੱਡਨੁਮਾ ਯਾਨੀ ਏ ਟਾਈਪ ਸ਼ੈੱਡ ਹੈ ਛੱਤ, ਔਰ ਦੂਸਰੀ ਜਿਹੜੀ ਹੈ ਜਦੋਂ ਅਸੀਂ ਰਿਜ ਵੈਂਟੀਲੇਸ਼ਨ ਕ੍ਰੀਏਟ ਕਰ ਦਈਏ ਜਾਂ ਉੱਪਰੋਂ ਰਿਜ ਦੀ ਉਸਾਰੀ ਕਰ ਦਈਏ, ਜਿਹੜੀ ਟੀਸੀ ਦੀ ਉਸਾਰੀ ਜਿਸ ਨੂੰ ਕਹਿੰਦੇ ਆ, ਤਾਂ ਉਹ ਟੀਸੀ ਦੀ ਉਸਾਰੀ ਇਸ ਨੂੰ ਜਿਸ ਦੇ ਵਿੱਚ 2 ਤਰ੍ਹਾਂ ਦੀਆਂ ਛੱਤਾਂ ਮਸ਼ਹੂਰ ਹਨ, ਜਿਵੇਂ ਕਿ ਸੈਮੀ ਮੋਨੀਟਰ ਟਾਈਪ ਔਰ ਫੁੱਲ ਮੋਨੀਟਰ ਟਾਈਪ। ਇਸ ਦੇ ਨਾਲ ਕੀ ਹੈ, ਹਵਾ ਦੀ ਆਵਾਗਮਨ ਅਤੇ ਨਾਲੋਂ ਨਾਲ ਵੱਧ ਵਧੇਰੇ ਰੋਸ਼ਨੀ, ਜਾਂ ਫਿਰ ਅਸੀਂ ਇਸ ਨੂੰ ਹੋਰ ਸਟੋਰੇਜ ਦੇ ਲਈ ਵੀ ਯੂਜ਼ ਕਰ ਸਕਦੇ। ਪੋਲਟਰੀ ਫਾਰਮ ਦਾ ਗੇਟ ਜਿੱਥੇ ਕੁਝ ਵਿਵਸਥਾ, ਕੁਝ ਇੰਪੋਰਟੈਂਟ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਇੱਕ ਡੂੰਘਾ ਟੋਆ ਜਿਸ ਨੂੰ ਅਸੀਂ ਫੁੱਟਬਾਥ ਕਹਿੰਦੇ ਹਾਂ, ਉਸ ਦੇ ਵਿੱਚ ਫਿਨਾਈਲ ਅਤੇ ਪਾਣੀ ਦਾ ਘੋਲ ਹੋਵੇ, ਤਾਂ ਕਿ ਫਾਰਮ ਅੰਦਰ ਆਉਣ ਵਾਲੇ ਸਟਾਫ, ਲੇਬਰ, ਰੇਹੜੀ, ਕਾਰ ਆਦਿ ਇਸ ਵਿੱਚੋਂ ਹੀ ਲੰਘ ਕੇ ਆਉਣ, ਤਾਂ ਕਿ ਅਸੀਂ ਆਪਣੇ ਫਾਰਮ ਦੀ ਹਾਈਜੀਨ ਅਤੇ ਸੈਨੀਟੇਸ਼ਨ ਨੂੰ ਬਰਕਰਾਰ ਰੱਖ ਸਕੀਏ। ਇੱਕ ਸਾਨੂੰ ਕੰਡੇ ਦੀ ਜ਼ਰੂਰਤ ਪਏਗੀ ਤਾਂ ਕਿ ਗੇਟ ਦੇ ਨੇੜੇ ਹੀ ਉਹ ਜੇਕਰ ਹੋਵੇ ਤਾਂ ਜੋ ਵੀ ਸਾਜੋ ਸਮਾਨ ਜਾਂ ਫੀਡ ਇੰਗਰੀਡੀਅੰਟਸ ਵਾਲੀ ਗੱਡੀ ਆ ਰਹੀ ਹੈ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਤੋਲ ਕੇ ਅੰਦਰ ਲੈ ਸਕਦੇ ਹੋਈਏ। ਲੇਬਰ ਲਈ ਕਮਰਾ ਚਾਹੀਦਾ ਹੋਏਗਾ, ਪਾਣੀ ਦਾ ਟੈਂਕ ਜ਼ਰੂਰੀ ਹੋਏਗਾ,
ਲੇਬਰ ਦੇ ਕਮਰੇ ਦੇ ਉੱਪਰ ਵੀ ਉਸਾਰਿਆ ਜਾ ਸਕਦਾ ਹੈ, ਜਾਂ ਇੱਕ ਟਿਊਬਵੈੱਲ ਵਾਲਾ ਕਮਰਾ ਵੱਖਰਾ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਨੂੰ ਜੇ ਸਾਡੇ ਕੋਲ ਬਰਾਇਲਰ ਫਾਰਮ ਹੈ ਤਾਂ ਸਾਨੂੰ ਇੱਕ ਡਰੈਸਿੰਗ ਰੂਮ ਵੀ ਜਾਂ ਡਰੈਸਿੰਗ ਹਾਊਸ ਵੀ ਸਾਨੂੰ ਸਥਾਪਿਤ ਕਰਨਾ ਪਏਗਾ, ਯਾਨੀ ਕਿ ਬੁੱਚੜਖਾਨਾ, ਜਿੱਥੇ ਕਿ ਜੇਕਰ ਅਸੀਂ ਡਰੈਸਡ ਬਰਾਇਲਰ ਵੇਚਣੇ ਹਨ ਤਾਂ ਉਹ ਸਾਫ਼ ਸੁਥਰੀ ਪ੍ਰੋਵੀਜ਼ਨ ਜ਼ਰੂਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸਾਡੇ ਫਾਰਮ ਦੇ ਉੱਤੇ, ਚਾਹੇ ਉਹ ਬਰਾਇਲਰ ਫਾਰਮ ਹੈ ਚਾਹੇ ਲੇਅਰ ਫਾਰਮ ਹੈ, ਉਸਦੇ ਇੱਕ ਕੋਨੇ 'ਤੇ ਡਿਸਪੋਜ਼ਲ ਟੋਆ ਹੋਣਾ ਚਾਹੀਦਾ ਹੈ, ਜੋ ਕਿ ਪ੍ਰੋਪਰਲੀ ਢੱਕਿਆ ਹੋਵੇ ਢੱਕਣ ਦੇ ਨਾਲ, ਅਤੇ ਜਿਸ ਵਿੱਚ ਛੋਟਾ ਜਿਹਾ ਮੂੰਹ ਹੋਵੇ, ਤਾਂ ਕਿ ਜਿੰਨੇ ਵੀ ਮਰੇ ਹੋਏ ਚੂਜ਼ੇ ਜਾਂ ਫਿਰ ਵਧੇਰੇ ਫਾਲਤੂ ਜਾਂ ਰਹਿੰਦ ਖੂੰਹਦ ਜਾਂ ਜਿਹੜੀ ਵਰਤੀ ਹੋਈ ਸੁੱਕ ਹੈ ਉਸਨੂੰ ਉਸ ਦੇ ਵਿੱਚ ਦਫਨਾਇਆ ਜਾ ਸਕੇ। ਸਭ ਤੋਂ ਮਹੱਤਵਪੂਰਨ, ਫਾਰਮ ਦੇ ਆਲੇ ਦੁਆਲੇ ਚਾਰਦੀਵਾਰੀ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਜੋ ਫਾਰਮ ਵਿੱਚ ਜੰਗਲੀ ਜਾਨਵਰਾਂ ਅਤੇ ਹੋਰ ਅਣਚਾਹੇ ਲੋਕਾਂ ਦੇ ਦਾਖਲੇ ਨੂੰ ਰੋਕਿਆ ਜਾ ਸਕੇ। ਅਤੇ ਉਸ 'ਤੇ ਇਹਦੀ ਪਿਕਚਰ ਦੇ ਵਿੱਚ ਦਿਖਾਇਆ ਗਿਆ ਬੋਰਡ ਇਸੇ ਤਰ੍ਹਾਂ ਜਿਸ ਤਰ੍ਹਾਂ ਹੈ, ਇਸ ਨੂੰ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਇਸ ਬਾਰੇ ਜਾਣਕਾਰ ਹੋ ਜਾਣ ਕਿ ਫਾਰਮ ਏਰੀਆ ਹੈ ਔਰ ਬਾਇਓ ਸਿਕਿਉਰ ਏਰੀਆ ਹੈ, ਅਤੇ ਇਸ ਦੇ ਵਿੱਚ ਹਰੇਕ ਦਾ ਦਾਖਲਾ ਜੋ ਹੈ ਉਹ ਵਰਜਿਤ ਹੈ। ਜਦੋਂ ਇਹ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਜਾਣ ਤਾਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪਏਗਾ। ਸਭ ਤੋਂ ਪਹਿਲੀ ਗੱਲ, ਪੋਲਟਰੀ ਸ਼ੈੱਡ ਪੂਰਬ ਪੱਛਮ ਦਿਸ਼ਾ ਵਿੱਚ ਬਣਾਉਣਾ ਚਾਹੀਦਾ ਹੈ, ਔਰ ਪੰਜਾਬ ਦੇ ਕਲਾਈਮੇਟ ਦੇ ਅਕੋਰਡਿੰਗ ਇਹ ਹੀ ਦਿਸ਼ਾ ਜਿਹੜੀ ਹੈ ਉਹ ਅਨੁਕੂਲ ਹੁੰਦੀ ਹੈ। ਸਾਰੇ ਸ਼ੈੱਡ ਆਪਸ ਵਿੱਚ ਕਾਫੀ ਦੂਰੀ 'ਤੇ ਬਣਾਉਣੇ ਚਾਹੀਦੇ ਹਨ। ਜਿੰਨੀ ਦੂਰੀ ਜ਼ਿਆਦਾ ਹੋਵੇਗੀ ਓਨਾ ਹੀ ਫਾਇਦੇਮੰਦ ਹੋਵੇਗਾ। 2 ਸ਼ੈੱਡਾਂ ਵਿੱਚ ਦੂਰੀ ਸ਼ੈੱਡ ਦੀ ਚੌੜਾਈ ਤੋਂ ਦੁੱਗਣੀ ਹੋਣੀ ਚਾਹੀਦੀ ਹੈ। ਤਾਂ ਇਹਦਾ ਮਤਲਬ ਇਹ ਹੋਇਆ, ਜੇ ਇੱਕ ਸ਼ੈੱਡ ਦੀ ਚੌੜਾਈ ਤੁਹਾਡੀ 30 ਫੁੱਟ ਹੈ ਤਾਂ ਲਗਭਗ 60 ਫੁੱਟ ਨਹੀਂ ਕਰ ਸਕਦੇ ਤਾਂ ਘੱਟੋ ਘੱਟ 50 ਫੁੱਟ ਦੀ ਦੂਰੀ ਰੱਖ ਕੇ ਦੂਸਰਾ ਸ਼ੈੱਡ ਉਸਾਰਨਾ ਚਾਹੀਦਾ ਹੈ। ਸ਼ੈੱਡਾਂ ਦੀ ਚੌੜਾਈ ਤੇ ਅਸੀਂ ਫਿਕਸ ਕਰ ਲੈਂਦੇ ਹਾਂ, ਪਰ ਜਦ ਕਿ ਲੰਬਾਈ ਨੂੰ ਲੋੜ ਮੁਤਾਬਿਕ ਘਟਾਇਆ ਵਧਾਇਆ ਜਾ ਸਕਦਾ ਹੈ, ਤਾਂ ਕਿ ਜੇ ਅਸੀਂ ਕੱਲ੍ਹ ਨੂੰ ਭਵਿੱਖ ਦੇ ਵਿੱਚ ਮੁਰਗੀ ਫਾਰਮ ਦਾ ਪਸਾਰਾ ਕਰਨਾ ਹੋਵੇ ਤਾਂ ਅਸੀਂ ਉਸ ਦੇ ਵਿੱਚ ਸੰਖਿਆ ਵਧਾਉਣ ਵਾਸਤੇ, ਉਹਨੇ ਬਰਡਸ ਨੂੰ ਅਕੋਮੋਡੇਟ ਕਰਨ ਵਾਸਤੇ ਅਸੀਂ ਲੈਂਥ ਨੂੰ ਵਧਾ ਲਿਆਂਗੇ। ਤੋ ਇਸ ਕਰਕੇ ਸਾਨੂੰ ਲੈਂਥ ਵਧਾਉਣ ਵਾਸਤੇ ਭਵਿੱਖ ਵਾਸਤੇ ਵੀ ਪ੍ਰੋਵੀਜ਼ਨ ਰੱਖਣੀ ਚਾਹੀਦੀ ਹੈ, ਤਾਂ ਕਿ ਉਸਾਰੀ ਕਰਨ ਵਿੱਚ ਸਾਨੂੰ ਦਿੱਕਤ ਨਾ ਆਵੇ। ਸ਼ੈੱਡਾਂ ਦੇ ਵਿਚਕਾਰ ਕੋਈ ਵੀ ਸਟੋਰ ਨਹੀਂ ਹੋਣਾ ਚਾਹੀਦਾ, ਕਿਉਂਕਿ ਜੋ ਸਟੋਰ ਹੁੰਦੇ ਨੇ ਉਹ ਸੋਲਿਡ ਵਾਲ ਹੁੰਦੇ ਨੇ, ਅਤੇ ਸੋਲਿਡ ਵਾਲ ਹੋਣ ਦੇ ਕਰਕੇ ਸ਼ੈੱਡਾਂ ਦੇ ਵਿੱਚ ਹਵਾ ਦੀ ਆਵਾਜਾਈ ਦਾ ਜਿਹੜਾ ਹੈ ਉਸਨੂੰ ਡਿਸਟਰਬੈਂਸ ਹੋ ਸਕਦੀ ਹੈ। ਇਸ ਕਰਕੇ ਸਟੋਰ ਵਿਚਕਾਰ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਨੈਕਸਟ ਇਹ ਹੈ ਕਿ ਸ਼ੈੱਡਾਂ ਨੂੰ ਜਦੋਂ ਵੀ ਉਸਾਰਨਾ ਤਾਂ ਜਿਹੜੀ ਆਲੇ ਦੁਆਲੇ ਦੀ ਚਾਰਦੀਵਾਰੀ ਹੈ ਉਸ ਤੋਂ ਲਗਭਗ 45 ਫੁੱਟ ਦੂਰੀ 'ਤੇ ਉਸਾਰਨਾ ਚਾਹੀਦਾ ਹੈ। ਸ਼ੈੱਡਾਂ ਦੇ ਅੰਦਰ ਅਸੀਂ ਜਾਲੀ ਲਗਾ ਕੇ ਛੋਟੇ ਛੋਟੇ ਖਾਨੇ ਬਣਾ ਕੇ ਵੀ ਅਸੀਂ ਬਰਡ ਨੂੰ ਪਾਲ ਸਕਦੇ ਹਾਂ। ਸੋ ਵਰਤੀ ਹੋਈ ਸੁੱਕ ਜਿਹੜੀ ਹੈ ਉਹ ਸ਼ੈੱਡਾਂ ਤੋਂ ਦੂਰ ਸੁੱਟਣੀ ਜਾਂ ਸਟੋਰ ਕਰਨੀ ਚਾਹੀਦੀ ਹੈ, ਤਾਂ ਕਿ ਹਵਾ ਸੁੱਕ ਦੇ ਉੱਪਰੋਂ ਹੁੰਦੀ ਹੋਈ ਸ਼ੈੱਡਾਂ ਦੇ ਅੰਦਰ ਦਾਖਲ ਨਾ ਹੋਵੇ। ਸ਼ੈੱਡਾਂ ਨੂੰ ਭਵਿੱਖ ਵਿੱਚ ਵਾਧਾ ਕਰਨ ਦੀ ਜ਼ਰੂਰਤ ਦੇ ਹਿਸਾਬ ਨਾਲ ਬਣਾਉਣਾ ਚਾਹੀਦਾ ਹੈ, ਤਾਂ ਕਿ ਕੋਈ ਸਮੱਸਿਆ ਨਾ ਆਵੇ। ਫਾਰਮ ਦੇ ਆਸ-ਪਾਸ ਕੁਝ ਛੋਟੇ ਬੂਟੇ ਜਾਂ ਦਰਖਤ ਲਗਾਉਣੇ ਚਾਹੀਦੇ ਹਨ, ਤਾਂ ਜੋ ਸ਼ੈੱਡਾਂ ਨੂੰ ਛਾਂ ਅਤੇ ਫਾਰਮ ਦੀ ਹਰਿਆਲੀ ਬਣੀ ਰਹੇ। ਸੋ ਜੇਕਰ ਅਸੀਂ ਦੇਖੀਏ, ਅਸੀਂ ਗੱਲ ਕਰਦੇ ਹਾਂ ਜਦੋਂ ਬਰਡਸ ਨੂੰ, ਮੁਰਗੀਆਂ ਨੂੰ ਅਸੀਂ ਪਿੰਜਰਿਆਂ ਵਿੱਚ ਰੱਖਦੇ ਹਾਂ, ਤਾਂ ਇਸ ਪਿੰਜਰਾ ਵਿਧੀ ਦੇ ਵਿੱਚ ਜਗ੍ਹਾ ਦੀਆਂ ਸਿਫਾਰਿਸ਼ਾਂ ਕੀ ਹੋਣੀਆਂ ਚਾਹੀਦੀਆਂ। ਜੇ ਅਸੀਂ ਛੋਟੇ ਚੂਚੇ ਪਿੰਜਰਿਆਂ ਦੇ ਵਿੱਚ ਰੱਖਣੇ ਆ ਲਗਭਗ 0 ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ 8 ਹਫ਼ਤੇ ਤੱਕ ਦੇ, ਤਾਂ ਉਹਨਾਂ ਨੂੰ ਲਗਭਗ 0.3 ਵਰਗ ਫੁੱਟ ਦਾ ਸਪੇਸ ਦੇਣਾ ਜ਼ਰੂਰੀ ਹੋਏਗਾ। ਇਸੇ ਤਰ੍ਹਾਂ ਜਿਹੜੇ ਗਰੋਇੰਗ ਨੇ, ਜਿਹੜੇ ਵਾਧੇ ਪਏ ਨੇ, ਉਹ 9 ਤੋਂ ਲੈ ਕੇ 18, ਜਦ ਤੱਕ ਕਿ ਉਹ ਸੈਕਸ਼ੁਅਲੀ ਮੈਚਿਓਰ ਨਹੀਂ ਹੋ ਜਾਂਦੇ, ਉਹਨਾਂ ਨੂੰ ਅੱਧਾ ਵਰਗ ਫੁੱਟ ਦੀ ਸਪੇਸ ਦੇਣੀ ਚਾਹੀਦੀ ਹੈ। ਜੇ ਮੁਰਗੀ ਦੀ ਗੱਲ ਕਰੀਏ, ਜਦੋਂ ਸੈਕਸ਼ੁਅਲੀ ਮੈਚਿਓਰ ਹੋ ਜਾਂਦੀ ਹੈ, ਯਾਨੀ ਕਿ ਆਪਾਂ ਇਹ ਗੱਲ ਕਰੀਏ ਕਿ ਲਗਭਗ 17 ਹਫ਼ਤੇ ਤੋਂ ਬਾਅਦ, ਤਾਂ ਉਹਨਾਂ ਨੂੰ 0.6 ਵਰਗ ਫੁੱਟ ਦੀ ਜਗ੍ਹਾ ਜਿਹੜੀ ਹੈ ਕੇਜ ਦੇ ਵਿੱਚ ਦੇਣੀ ਪਏਗੀ। ਪਰ ਜੇ ਅਸੀਂ ਇੱਥੇ, ਮੈਂ ਨਾਲੋਂ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਜੇਕਰ ਅਸੀਂ ਬਰਡ ਨੂੰ ਡੀਪ ਲਿਟਰ ਸਿਸਟਮ ਦੇ ਵਿੱਚ, ਯਾਨੀ ਕਿ ਸੁੱਕ ਪ੍ਰਣਾਲੀ ਦੇ ਵਿੱਚ ਬਰਡਸ ਨੂੰ ਅਸੀਂ ਰੱਖਣਾ ਹੈ, ਤਾਂ ਉੱਥੇ ਜਿਹੜੇ ਬਰਡ ਹੈ ਉੱਥੇ ਮੁਰਗੀ ਦੀ ਗੱਲ ਕਰੀਏ ਤਾਂ ਅਸੀਂ ਉਹਨਾਂ ਨੂੰ ਅਕੋਰਡਿੰਗ ਟੂ ਦ ਏਜ 2 ਤੋਂ 2.5 ਸਕੁਆਇਰ ਫੁੱਟ ਦੀ ਜਗ੍ਹਾ ਮੁਹੱਈਆ ਕਰਵਾਉਣੀ ਹੈ, ਔਰ ਛੋਟੇ ਚੂਚੇ ਜਿਹੜੇ ਨੇ ਉਹਨਾਂ ਨੂੰ ਲਗਭਗ ਅੱਧਾ ਤੋਂ 1 ਸਕੁਆਇਰ ਫੁੱਟ ਦੀ ਜਗ੍ਹਾ, ਵਰਗ ਫੁੱਟ ਦੀ ਜਗ੍ਹਾ ਉਹਨਾਂ ਨੂੰ ਪ੍ਰਤੀ ਪੰਛੀ ਜਿਹੜੀ ਹੈ ਉਹ ਜ਼ਰੂਰੀ ਹੋਏਗੀ। ਇਸ ਪਿਕਚਰ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਥੇ ਪਿੰਜਰਾ ਵਿਧੀ ਦੱਸੀ ਗਈ ਹੈ, ਜਿਸ ਦੇ ਵਿੱਚ ਕਿ ਅਸੀਂ ਕੇਜ ਦਾ ਸਟਰਕਚਰ ਦਿਖਾ ਰਹੇ ਹਾਂ। ਇਸ ਵਿੱਚ ਤੁਸੀਂ ਦੇਖੋਗੇ ਇੱਕ ਕੇਜ ਦੀ ਡਾਇਮੈਂਸ਼ਨ ਦਿੱਤੀ ਗਈ ਹੈ ਕਿ ਉਹਦੀ ਹਾਈਟ ਜਿਹੜੀ ਹੈ 18 ਇੰਚ ਦੀ ਹੋ ਕੇ, ਔਰ ਬੈਕ ਹਾਈਟ ਜਿਹੜੀ ਹੈ 15 ਇੰਚ ਦੀ, ਔਰ ਇਸੇ ਤਰ੍ਹਾਂ 18 ਇੰਚ ਦੀ ਉਹਦੀ ਡੂੰਘਾਈ ਹੈ।
ਤੋ ਜੇ ਤੁਸੀਂ ਦੇਖੋਗੇ ਜਿਹੜੀ ਸਲੈਂਟ ਦੇਣੀ ਆ ਅਸੀਂ ਫਰਸ਼ ਦੇ ਉੱਤੇ, ਉਹ ਲਗਭਗ 1.5 ਇੰਚ ਦੀ ਸਲੈਂਟ ਦੇਵਾਂਗੇ ਹਰ 12 ਫੁੱਟ ਤੇ, ਤਾਂ ਕਿ ਉਸ ਦੇ ਨਾਲ ਕੀ ਆ, ਜਦੋਂ ਮੁਰਗੀ ਨੇ ਅੰਡਾ ਦੇਣਾ ਤਾਂ ਉਹ ਰੁੜ ਕੇ ਆਸਾਨੀ ਨਾਲ ਬਾਹਰ ਆ ਜਾਏ ਬਿਨਾਂ ਕਿਤੇ ਰੁਕੇ। ਤੇ ਇਸ ਵੇਲੇ ਹੁਣ ਵੱਡੇ ਮੁਰਗੀਖਾਨੇ ਜਿਹੜੇ ਨੇ ਉਹ ਛੋਟੇ ਮੁਰਗੀਖਾਨਿਆਂ ਦੀ ਥਾਂ ਲੈ ਰਹੇ ਨੇ। ਜੇ ਅਸੀਂ ਦੇਖੀਏ ਤਾਂ ਹੁਣ ਵਿੰਡੋਲੈਸ ਐਂਟਰੀ, ਇਨਵਾਇਰਮੈਂਟਲੀ ਕੰਟਰੋਲਡ ਔਰ ਕਲੋਜ਼ਡ ਜਿਹੜੇ ਟਾਈਪ ਆਫ ਸ਼ੈੱਡ ਵੀ ਉਸਾਰੇ ਜਾਂਦੇ ਨੇ, ਜਦੋਂ ਕਿ ਐਲੀਵੇਟਿਡ ਪਲੈਟਫਾਰਮ ਓਪਨ ਸਾਈਡਡ, ਯਾਨੀ ਕਿ ਫਰਸ਼ ਤੋਂ ਉਤਾਂਹ ਚੱਕ ਕੇ ਉਸ ਨੂੰ ਦੋਨੋਂ ਸਾਈਡਾਂ ਤੋਂ ਓਪਨ ਰੱਖੀਏ। ਇਸ ਤਰ੍ਹਾਂ ਦੇ ਜਿਹੜੇ ਸ਼ੈੱਡ ਨੇ ਉਹ ਇੱਥੇ ਵਾਸਤੇ ਬਹੁਤ ਹੀ ਜ਼ਿਆਦਾ ਲਾਭਕਾਰੀ ਹੋਣਗੇ। ਔਰ ਇਸ ਤਰ੍ਹਾਂ ਦਾ ਮੁਰਗੀਖਾਨਾ ਲਗਭਗ 50,000 ਮੁਰਗੀਆਂ ਲਈ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਬ੍ਰੋਇਲਰ ਚੂਚਿਆਂ ਲਈ ਸੁਰੰਗਨੁਮਾ ਹਵਾ ਦੀ ਆਵਾਜਾਈ ਤੇ ਆਧਾਰਿਤ ਸ਼ੈੱਡ, ਜਿਸ ਨੂੰ ਅਸੀਂ ਟਨਲ ਵੈਂਟੀਲੇਟਿਡ ਬ੍ਰੋਇਲਰ ਹਾਊਸ ਕਹਿੰਦੇ ਆ, ਉਹ ਵੀ ਡਿਜ਼ਾਈਨ ਕੀਤਾ ਜਾਂਦਾ ਹੈ, ਜੋ ਲਗਭਗ 40,000 ਚੂਚਿਆਂ ਦੇ ਲਈ ਕਾਫੀ ਹੋਵੇਗਾ। ਇਸ ਦੇ ਆਪੋਜ਼ਿਟ ਜੇ ਅਸੀਂ ਦੇਖੀਏ, ਜਿਹੜੇ ਅਸੀਂ ਕਨਵੈਨਸ਼ਨਲ ਪੋਲਟਰੀ ਹਾਊਸ ਜਾਂ ਬ੍ਰੋਇਲਰ ਹਾਊਸ ਬਣਾਉਂਦੇ ਸੀ, ਉਹ ਲਗਭਗ 20,000 ਦੇ ਲਈ ਹੀ ਰੱਖਣ ਦੇ ਸਮਰੱਥ ਹੁੰਦੇ ਹਨ। ਇਹਨਾਂ ਨਵੀਨ ਡਿਜ਼ਾਈਨਾਂ ਦੇ ਵਿੱਚ ਹਵਾ ਦਾ ਵਧੀਆ ਆਵਾਗਮਨ ਵੀ ਹੁੰਦਾ ਹੈ ਅਤੇ ਸ਼ੈੱਡ ਦੀ ਚੌੜਾਈ ਅਤੇ ਲੰਬਾਈ ਨੂੰ ਅਸੀਂ ਆਮ ਨਾਲੋਂ ਵਧਾ ਵੀ ਸਕਦੇ ਹਾਂ, ਜਿਸ ਕਰਕੇ ਸ਼ੈੱਡ ਦੀ ਉਸਾਰੀ ਤੇ ਆਉਣ ਵਾਲਾ ਪ੍ਰਤੀ ਵਰਗ ਫੁੱਟ ਖਰਚਾ ਜਿਹੜਾ ਹੈ ਉਹ ਘਟ ਜਾਂਦਾ ਹੈ। ਇਹ ਚਿੱਤਰ ਤੁਹਾਨੂੰ ਦਿਖਾ ਰਿਹਾ ਹੈ ਕਿ ਜਿਸ ਦੇ ਵਿੱਚ ਅਸੀਂ ਐਲੀਵੇਟਿਡ ਪਲੈਟਫਾਰਮ ਕੇਜ ਲੇਅਰ ਹਾਊਸ ਦਿਖਾਇਆ ਹੋਇਆ, ਯਾਨੀ ਕਿ ਜ਼ਮੀਨ ਤੋਂ ਉੱਚਾ ਚੁੱਕ ਕੇ ਬਣਾਇਆ ਪਿੰਜਰਾਵਾਮ। ਇਸ ਸਲਾਈਡ ਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਚਿੱਤਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਕੰਸਟਰਕਸ਼ਨ ਪੁਆਇੰਟਸ ਦੱਸੇ ਹੋਏ ਨੇ। ਜਦੋਂ ਤੁਸੀਂ ਇਸ ਦੇ ਵਿੱਚ ਦੇਖੋਗੇ ਕਿ ਅਸੀਂ ਜਿਹੜਾ ਜ਼ਮੀਨ ਤੋਂ ਉੱਚਾ ਚੁੱਕ ਕੇ ਬਣਾਇਆ, ਉਹ ਲਗਭਗ ਅਸੀਂ 7 ਤੋਂ 8 ਫੁੱਟ ਉੱਚਾ ਬਣਾਉਣਾ ਹੈ, ਤਾਂ ਕਿ ਆਰਾਮ ਨਾਲ ਕੋਈ ਵੀ 6 ਫੁੱਟ ਦਾ ਬੰਦਾ ਜਿਹੜਾ ਹੈ ਨੀਚੇ ਕੰਮ ਕਰ ਸਕੇ। ਔਰ ਇਸ ਦੇ ਨਾਲ ਅਸੀਂ ਮੁਰਗੀਆਂ ਤੋਂ ਜਿਹੜੀ ਉਹਨਾਂ ਦੀ ਬਿੱਠਾਂ ਦਾ ਜਿਹੜਾ ਦੂਰੀ ਹੈ ਉਹ ਵੀ ਵਧਾ ਲਈ, ਤਾਂ ਕਿ ਮੁਰਗੀਆਂ ਵੀ ਮਤਲਬ ਕਿ ਕਿਸੇ ਤਰ੍ਹਾਂ ਦੇ ਰੋਗਾਣੂਆਂ ਤੋਂ ਬਚ ਸਕਦੀਆਂ ਹਨ। ਨਾਲੋਂ ਨਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਕੰਮ ਕਰਨਾ ਈਜ਼ੀ ਹੈ, ਔਰ ਸਾਨੂੰ ਬਾਰ-ਬਾਰ ਸਫਾਈ ਕਰਨ ਦੀ ਲੋੜ ਨਹੀਂ ਪੈਂਦੀ। ਅਤੇ ਇੱਥੇ ਆਰਾਮ ਨਾਲ ਨੀਚੋਂ ਦੀ ਅਸੀਂ ਕਿਸੇ ਵੀ ਤਰੀਕੇ ਵੱਖ-ਵੱਖ ਤਰ੍ਹਾਂ ਦੇ ਸਾਜੋ ਸਮਾਨ ਦੇ ਨਾਲ ਨੀਚੋਂ ਦੀ ਰਹਿੰਦ ਖੂੰਹਦ ਜਿਹੜੀ ਹੈ ਲਗਭਗ 2 ਮਹੀਨੇ 3 ਮਹੀਨੇ ਜਾਂ ਈਵਨ 6 ਮਹੀਨੇ ਬਾਅਦ ਵੀ ਅਸੀਂ ਉਹਨੂੰ ਕੱਢ ਸਕਦੇ ਹਾਂ। ਅਤੇ ਇਸ ਦੇ ਵਿੱਚ ਇੱਕ ਚੀਜ਼ ਹੋਰ ਦਿਖਾਈ ਜਾ ਰਹੀ ਹੈ। ਇਸ ਪਿਕਚਰ ਦੇ ਵਿੱਚ ਤੁਸੀਂ ਦੇਖੋਗੇ 2 ਫੁੱਟ ਦਾ ਅਸੀਂ ਪਲੈਟਫਾਰਮ ਦਿਖਾ ਰਹੇ ਹਾਂ, ਜੋ ਕਿ ਵਰਕਿੰਗ ਪਲੈਟਫਾਰਮ ਹੋਏਗਾ। ਅਤੇ 2 ਵਰਕਿੰਗ ਪਲੈਟਫਾਰਮ ਦੇ ਵਿਚਾਲੇ ਲਗਭਗ 5 ਤੋਂ 8 ਫੁੱਟ ਦਾ ਅਸੀਂ ਜੇ ਦੂਰੀ ਰੱਖੀਏ ਤਾਂ ਉਹ ਉੱਥੇ ਜਿਹੜੇ ਪਿੰਜਰੇ ਹੈਗੇ ਨੇ ਉਹ ਇੰਸਟਾਲ ਕੀਤੇ ਜਾ ਸਕਦੇ। ਪਿੰਜਰਿਆਂ ਦੇ ਡਿਜ਼ਾਈਨ ਦੇ ਉੱਤੇ ਡਿਪੈਂਡ ਕਰੇਗਾ ਕਿ ਤੁਸੀਂ 5 ਤੋਂ 8 ਫੁੱਟ ਦੇ ਵਿੱਚ ਕਿੰਨੀ ਕੁ ਡਿਸਟੈਂਸ 'ਤੇ ਤੁਸੀਂ 2 ਪਲੈਟਫਾਰਮ ਬਣਾਉਣੇ ਹਨ। ਇਹ ਚਿੱਤਰ ਦਰਸਾ ਰਿਹਾ ਹੈ ਕਿ ਸੁਰੰਗਨੁਮਾ ਹਵਾ ਦੀ ਆਵਾਜਾਈ 'ਤੇ ਆਧਾਰਿਤ ਸ਼ੈੱਡ, ਜਿਹਨੂੰ ਅਸੀਂ ਟਨਲ ਵੈਂਟੀਲੇਟਿਡ ਬ੍ਰੋਇਲਰ ਹਾਊਸ ਕਹਿੰਦੇ ਹਾਂ। ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲੇ ਇੱਥੇ ਇਵੈਪੋਰੇਟਿਵ ਕੂਲਿੰਗ ਪੈਡ ਹੈ, ਜਿਸ ਦੇ ਵਿੱਚ ਜਿਹੜੇ ਕਿ ਕੂਲਿੰਗ ਸਿਸਟਮ ਹੈ ਲੱਗਿਆ ਹੋਇਆ। ਇਸ ਦੇ ਇਹਦੇ ਉੱਤੇ ਜਦੋਂ ਪਾਣੀ ਜਿਹੜਾ ਸਪ੍ਰਿੰਕਲ ਹੋ ਕੇ ਮੋਟਰ ਦੁਆਰਾ ਸਪ੍ਰਿੰਕਲ ਹੋ ਕੇ ਇਹਨੂੰ ਗਿੱਲਾ ਕਰੇਗਾ ਪੈਡ ਨੂੰ, ਤਾਂ ਜਿਹੜੀ ਹਵਾ ਹੈ ਉਸ ਦੇ ਵਿੱਚੋਂ ਗੁਜ਼ਰਦੀ ਹੋਈ ਗਿੱਲੀ ਹੋ ਕੇ ਠੰਡੀ ਹੋ ਜਾਏਗੀ। ਅਤੇ ਠੰਡੀ ਹਵਾ ਦਾ ਜਿਹੜਾ ਆਵਾਗਮਨ ਹੈ ਉਹ ਸ਼ੈੱਡ ਦੇ ਵਿੱਚ ਸੁਨਿਸ਼ਚਿਤ ਕਰ ਸਕਦੇ ਹਾਂ। ਅਤੇ ਇਸੇ ਤਰ੍ਹਾਂ ਦੂਸਰੇ ਪਾਸੇ ਆਪੋਜ਼ਿਟ ਸਾਈਡ ਦੇ ਉੱਤੇ ਜਦੋਂ ਐਗਜ਼ਾਸਟ ਫੈਨ ਹੈ, ਜਦੋਂ ਉਹ ਔਨ ਹੋ ਜਾਣਗੇ ਤਾਂ ਠੰਡੀ ਹਵਾ ਇੱਧਰੋਂ ਐਂਟਰ ਕਰ ਰਹੀ ਹੈ ਇਵਾਪੋਰੇਟਿਵ ਪੈਡ ਵੱਲੋਂ, ਔਰ ਜਿਹੜੀ ਗਰਮ ਹਵਾ ਨੇ ਉਹ ਐਗਜ਼ੌਸਟ ਦੇ ਥਰੂ ਨਿਕਲਣਗੀਆਂ, ਜਿਸ ਨੂੰ ਅਸੀਂ ਸੁਰੰਗਨੁਮਾ ਹਵਾ ਦੀ ਆਵਾਜਾਈ ਕਹਿੰਦੇ ਹਾਂ, ਯਾਨੀ ਕਿ ਟਨਲ ਵੈਂਟੀਲੇਟਿਡ ਹਾਊਸ। ਹਵਾ ਦੇ ਆਵਾਗਮਨ ਨੂੰ ਬਣਾਈ ਰੱਖਣ ਲਈ ਨਿਕਾਸੀ ਪੱਖੇ, ਹਵਾ ਵਾਹਨ ਪ੍ਰਣਾਲੀ ਯਾਨੀ ਡਕਟ ਵੈਂਟੀਲੇਸ਼ਨ ਸਿਸਟਮ, ਜਾਂ ਨੈਗੇਟਿਵ ਪ੍ਰੈਸ਼ਰ ਕੂਲਿੰਗ ਜਾਂ ਟਨਲ ਵੈਂਟੀਲੇਸ਼ਨ, ਕਿਸੇ ਵੀ ਤਰ੍ਹਾਂ ਦੇ ਸਿਸਟਮ ਨੂੰ ਅਪਣਾਇਆ ਜਾ ਸਕਦਾ ਹੈ। ਚੂਚਿਆਂ ਅਤੇ ਵੱਧਦੇ ਪਏ ਪੰਛੀਆਂ ਨੂੰ ਵੱਖ-ਵੱਖ ਅਹਾਤਿਆਂ ਜਿਹੜੇ ਕਿ ਮੁਰਗੀ ਸ਼ੈੱਡਾਂ ਤੋਂ ਦੂਰ ਹੋਣ ਵਿੱਚ ਪਾਲਿਆ ਜਾਂਦਾ ਹੈ। ਜਨਰਲੀ ਸਾਨੂੰ ਇਹ ਅਡੋਪਟ ਕਰਨਾ ਚਾਹੀਦਾ ਹੈ ਕਿ ਛੋਟੇ ਬੱਚਿਆਂ ਨੂੰ ਅਡਲਟ ਬਰਡਸ ਦੇ ਨਾਲੋਂ ਦੂਰੀ 'ਤੇ ਪਾਲਣਾ ਚਾਹੀਦਾ। ਅਤੇ ਜਨਰਲੀ ਇੱਕ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਅਸੀਂ ਫਾਰਮ ਕੰਸਟਰਕਟ ਕਰਨਾ ਤਾਂ ਸਾਡਾ ਜਿਹੜਾ ਬਰੂਡਰ ਹਾਊਸ ਹੈ ਜਾਂ ਚੂਚਿਆਂ ਦੇ ਲਈ ਅਸੀਂ ਸ਼ੈੱਡ ਬਣਾ ਰਹੇ ਹਾਂ, ਉਸ ਨੂੰ ਸਾਨੂੰ ਪੱਛਮ ਵਾਲੀ ਦਿਸ਼ਾ 'ਤੇ ਬਣਾਉਣਾ ਚਾਹੀਦਾ ਹੈ। ਔਰ ਜਿਹੜੇ ਬਾਕੀ ਦੇ ਸ਼ੈੱਡ ਹਨ, ਮੁਰਗੀਆਂ ਦੇ ਵੱਡੀਆਂ ਮੁਰਗੀਆਂ ਦੇ ਸ਼ੈੱਡ ਹਨ, ਉਹਨਾਂ ਨੂੰ ਅਸੀਂ ਪੂਰਬ ਵਾਲੇ ਪਾਸੇ ਬਣਾਉਣਾ ਚਾਹੀਦਾ, ਕਿਉਂਕਿ ਆਮ ਕਰਕੇ ਦੇਖਣ ਵਿੱਚ ਆਇਆ ਕਿ ਹਮੇਸ਼ਾ ਹਵਾ ਜਿਹੜੀ ਹੈ ਉਹ ਪੱਛਮ ਤੋਂ ਪੂਰਬ ਵੱਲ ਵਹਿੰਦੀ ਹੈ। ਅਤੇ ਇਸ ਕਰਕੇ ਸਭ ਤੋਂ ਪਹਿਲਾਂ
ਫਰੈਸ਼ ਏਅਰ ਚੂਚਿਆਂ ਨੂੰ ਮਿਲੇਗੀ ਔਰ ਜਿਹੜੀ ਉਸ ਤੋਂ ਬਾਅਦ ਜਿਹੜੀ ਆ ਉਹ ਗੁਜ਼ਰਦੀ ਹੋਈ ਮੁਰਗੀਆਂ ਤੱਕ ਪਹੁੰਚੇਗੀ। ਤਾਂ ਇਸ ਨਾਲ ਬਿਮਾਰੀਆਂ ਤੋਂ ਬਚਾਅ ਜਿਹੜਾ ਹੈ ਉਹ ਕਾਫੀ ਜ਼ਿਆਦਾ ਸੌਖਾ ਹੋ ਜਾਂਦਾ ਹੈ। ਫਾਰਮ ਵਿੱਚ ਪੰਛੀਆਂ ਦੀ ਵੱਧਦੀ ਸੰਖਿਆ ਦੇ ਨਾਲ ਨਾਲ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਇਹਨਾਂ ਨੂੰ ਐਡਵਾਂਸਡ ਜਾਂ ਆਟੋਮੇਟਿਡ ਜਾਂ ਸਵੈ ਚਾਲਿਤ ਯੰਤਰ ਯੂਜ਼ ਕਰਕੇ ਵੀ ਅਸੀਂ ਇਹਨੂੰ ਸੁਖਾਲਿਆਂ ਕਰ ਸਕਦੇ ਹਾਂ। ਸਵੈ ਚਾਲਿਤ ਟਰਾਲੀਆਂ ਬਰਮੇ ਜਾਂ ਚੇਨ ਲੜੀ ਵਾਲੇ ਖੁਰਾਕ ਦੇ ਭਾਂਡੇ ਯਾਨੀ ਜਿਹਨੂੰ ਅਸੀਂ ਕਨਵੇਅਰ ਟਾਈਪ ਜਿਹੜੀਆਂ ਕਿ ਬੈਲਟ ਦੇ ਉੱਤੇ ਚੱਲਦੀਆਂ ਹਨ, ਉਸ ਤਰ੍ਹਾਂ ਦੀਆਂ ਅਸੀਂ ਉਹਨਾਂ ਦੀ ਯੰਤਰਾਂ ਨੂੰ ਵਰਤ ਸਕਦੇ ਹਾਂ, ਜੋ ਕਿ ਵੱਡੇ ਫਾਰਮਾਂ ਲਈ ਲਗਭਗ ਜ਼ਰੂਰੀ ਹੀ ਹੋ ਜਾਂਦੇ ਹਨ। ਹਰ ਸ਼ੈੱਡ 'ਤੇ ਸਵੈ ਚਾਲਿਤ ਅੰਡੇ ਨੂੰ ਇਕੱਠਾ ਕਰਨ ਲਈ ਕਨਵੇਅਰ ਬੈਲਟ, ਗ੍ਰੇਡਿੰਗ, ਲੇਬਲਿੰਗ, ਜਾਂਚ ਕਰਨ ਲਈ ਕੈਂਡਲਿੰਗ, ਪੈਕ ਕਰਨਾ ਆਦਿ ਯੰਤਰ ਸਥਾਪਿਤ ਕੀਤੇ ਜਾ ਸਕਦੇ ਹਨ। ਖਾਦ ਚੁੱਕਣ ਵਾਲੀ ਬੈਲਟ ਯਾਨੀ ਕਿ ਜਿਹੜੀ ਸਵੈ ਚਾਲਿਤ ਬੈਟਰੀ ਪਿੰਜਰਿਆਂ ਦੇ ਵਿੱਚ ਅਤੀ ਜ਼ਰੂਰੀ ਹੋ ਜਾਂਦੀ ਹੈ। ਤੋ ਜਿਹੜੀਆਂ ਫੁੱਲੀ ਆਟੋਮੇਟਿਡ ਪਿੰਜਰੇ ਬਣਾਏ ਜਾਂਦੇ ਆ ਉਹਨਾਂ ਦੇ ਅੱਗੇ ਸਾਨੂੰ ਕਨਵੇਅਰ ਬੈਲਟਸ ਲਗਾਉਣੀਆਂ ਪੈਣਗੀਆਂ, ਜਿਹਦੇ ਕਰਕੇ ਜਿੰਨੇ ਵੀ ਬਰਡਸ ਅਸੀਂ ਰੱਖੇ ਹੋਏ ਉਹਨਾਂ ਦੀ ਜਿਹੜੀ ਰਹਿੰਦ ਖੂੰਹਦ ਹੈ ਜਾਂ ਉਹਨਾਂ ਦਾ ਐਕਸਕ੍ਰੀਟਾ ਹੈ ਉਹ ਕਨਵੇਅਰ ਬੈਲਟ 'ਤੇ ਆਪਣੇ ਆਪ ਹੀ ਉੱਥੋਂ ਬਾਹਰ ਹੋ ਜਾਏ। ਇਸ ਤੋਂ ਇਲਾਵਾ ਕਿਉਂਕਿ ਪੰਜਾਬ ਦੇ ਵਿੱਚ ਹਰ ਸਾਲ ਟੈਂਪਰੇਚਰ ਵੱਧ ਰਿਹਾ ਹੈ ਅਤੇ ਸਾਨੂੰ ਇਹ ਧਿਆਨ ਦੇਣਾ ਪਏਗਾ ਕਿ ਅਸੀਂ ਆਪਣੇ ਬਰਡਸ ਨੂੰ ਇੱਕ ਕੰਫਰਟੇਬਲ ਟੈਂਪਰੇਚਰ ਦੇ ਪਾਈਏ, ਅਤੇ ਉਸ ਦੇ ਲਈ ਅਸੀਂ ਛੱਤ ਜਾਂ ਸ਼ੈੱਡ ਦੇ ਅੰਦਰ ਪਾਣੀ ਦੀ ਫੁਹਾਰ ਲਈ ਯੰਤਰ, ਜਿਨ੍ਹਾਂ ਨੂੰ ਅਸੀਂ ਸਪ੍ਰਿੰਕਲਰਸ ਜਾਂ ਫੋਗਰ ਕਹਿੰਦੇ ਹਾਂ, ਸੁਰੰਗ ਪ੍ਰਣਾਲੀ ਦੇ ਵਿੱਚ ਜਾਂ ਸੁਰੰਗ ਪ੍ਰਣਾਲੀ ਜਾਂ ਰਿਣਾਤਮਕ ਦਬਾਅ ਵਿਧੀ ਦੁਆਰਾ ਹਵਾ ਦਾ ਆਵਾਗਮਨ, ਤਲ ਤੋਂ ਜਾਂ ਉੱਪਰੀ ਭਾਗ ਯਾਨੀ ਬਾਟਮ ਜਾਂ ਰਿਜ, ਦੋਨੋਂ ਤਰੀਕਿਆਂ ਤੋਂ ਹਵਾ ਦਾ ਆਵਾਗਮਨ ਇਹਨਾਂ ਪੋਲਟਰੀ ਫਾਰਮਾਂ ਲਈ ਸੁਵਿਧਾਜਨਕ ਹੋ ਸਕਦੇ ਹਨ। ਇਹਨਾਂ ਸਾਰੇ ਸਵੈ ਚਾਲਿਤ ਯੰਤਰਾਂ ਲਈ ਲਗਾਤਾਰ ਬਿਜਲੀ ਦੀ ਸਪਲਾਈ ਅਤੇ ਨਾਲੋਂ ਨਾਲ ਜਨਰੇਟਰ ਸੈੱਟ ਦੀ ਵੀ ਲੋੜ ਪਵੇਗੀ। ਇਸ ਤੋਂ ਇਲਾਵਾ ਬਹੁਤ ਜ਼ਰੂਰੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੱਡੇ ਮੁਰਗੀ ਫਾਰਮਾਂ ਜਾਂ ਬਰੋਇਲਰ ਫਾਰਮਾਂ ਦੇ ਉੱਤੇ ਕੰਪਿਊਟਰਾਈਜ਼ਡ ਰਿਮੋਟ ਬਰਡ ਵਾਚਿੰਗ ਸਿਸਟਮ ਵੱਡੇ ਫਾਰਮਾਂ 'ਤੇ ਸਥਾਪਿਤ ਕੀਤਾ ਜਾਂਦਾ ਹੈ, ਤਾਂ ਜੋ ਦਫ਼ਤਰ ਵਿੱਚ ਬੈਠੇ ਬੈਠੇ ਫਾਰਮ 'ਤੇ ਪੰਛੀਆਂ ਦੀ ਸਿਹਤ, ਰਾਸ਼ਨ ਦੀ ਉਪਲਬਧਤਾ ਜਾਂ ਮਰਨ ਦਰ ਉੱਤੇ ਆਸਾਨੀ ਨਾਲ ਨਜ਼ਰਸਾਨੀ ਕੀਤੀ ਜਾ ਸਕੇ। ਊਸ਼ਣ ਦੇਸ਼ੀ ਖੇਤਰਾਂ ਦੇ ਵਿੱਚ ਪੋਲਟਰੀ ਫਾਰਮਾਂ ਦੀਆਂ ਛੱਤਾਂ 'ਤੇ ਨੁਕਸਾਨਦਾਇਕ ਸੀਮੈਂਟ ਆਦਿ ਚਾਦਰਾਂ ਦੀ ਬਜਾਏ ਐਲੂਮੀਨੀਅਮ, ਸਟੀਲ, ਜ਼ਿੰਕ ਮਿਸ਼ਰਤ ਧਾਤਾਂ ਤੋਂ ਬਣੀ ਛੱਤ ਪਾਈ ਜਾ ਸਕਦੀ ਹੈ। ਇਹ ਧਾਤ ਠੰਡੀ, ਹੰਢਣਸਾਰ ਅਤੇ ਹਲਕੀ ਹੁੰਦੀ ਹੈ। ਇਹ ਜਿਹੜੀ ਪਿਕਚਰ ਤੁਹਾਨੂੰ ਦਿਖਾਈ ਜਾ ਰਹੀ ਹੈ ਇਹ ਸਪ੍ਰਿੰਕਲਰ ਅਤੇ ਫੋਗਰਸ ਦੀ ਚਿੱਤਰ ਹੈ। ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਪਿੰਜਰਿਆਂ ਦੇ ਅੱਗੇ ਇੱਕ PVC ਪਾਈਪਲਾਈਨ ਵਿਛੀ ਹੋਈ ਹੈ, ਜਿਸ ਦੇ ਵਿੱਚ ਫੋਗਰਸ ਲੱਗੇ ਹੋਏ ਨੇ। ਇਸ ਨੂੰ ਤੁਸੀਂ ਦੇਖੋਗੇ, ਇਹਨਾਂ ਫੋਗਰਸ ਨੂੰ ਅਸੀਂ ਲਗਭਗ 4 ਤੋਂ 5 ਫੁੱਟ ਦੇ ਗੈਪ 'ਤੇ ਅਸੀਂ ਇਹਨਾਂ ਨੂੰ ਫਿਕਸ ਕਰ ਸਕਦੇ ਹਾਂ, ਤਾਂ ਕਿ ਇਹਦੇ ਨਾਲ ਅੰਦਰ ਪੈਂਦੀ ਪਾਣੀ ਦੀ ਫੁਹਾਰ ਜਿਹੜੀ ਹੈ ਅੰਦਰਲੇ ਟੈਂਪਰੇਚਰ ਨੂੰ ਕਾਫੀ ਹੱਦ ਤੱਕ ਠੰਡਿਆ ਰੱਖ ਸਕਦੀ ਹੈ। ਔਰ ਇਸ ਨੂੰ ਯੂਜ਼ ਕਰਨ ਦੇ ਲਈ ਇਹ ਪ੍ਰੀਕੋਸ਼ਨ ਲੈਣਾ ਚਾਹੀਦਾ ਕਿ ਇਸ ਨੂੰ ਰੈਗੂਲਰਲੀ ਯੂਜ਼ ਕੀਤਾ ਜਾਵੇ। ਇਹ ਨਾ ਹੋਵੇ ਕਿ ਕਦੇ ਬੰਦ ਕਰ ਦਿੱਤਾ ਔਰ ਕਦੇ ਇਸ ਨੂੰ ਚਲਾ ਦਿੱਤਾ, ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਬਰਡ ਜ਼ਿਆਦਾ ਸਟ੍ਰੈਸ ਵਿੱਚ ਆਉਣਗੇ ਜਦੋਂ ਤੁਸੀਂ ਉਹਨਾਂ ਨੂੰ ਇੰਟਰਪਟਡ ਜਿਹੜੀ ਹੈ ਇਸ ਦੀ ਸਪਲਾਈ ਦਿਓਗੇ। ਇਹ ਅਗਲਾ ਚਿੱਤਰ ਜਿਸ ਦੀ ਆਪਾਂ ਨੇ ਪਹਿਲੇ ਗੱਲ ਕੀਤੀ ਹੈ, ਕੰਪਿਊਟਰਾਈਜ਼ਡ ਰਿਮੋਟ ਬਰਡ ਵਾਚਿੰਗ ਸਿਸਟਮ ਹੈ। ਇਸ ਦੇ ਵਿੱਚ ਇਹ ਸਾਰੇ ਜਿਹੜੇ ਯੰਤਰ ਨੇ ਅੱਜ ਕੱਲ੍ਹ ਅਵੇਲੇਬਲ ਨੇ, ਬਹੁਤ ਵੱਡੀਆਂ ਕੰਪਨੀਆਂ ਇਸ ਨੂੰ ਮੁਹੱਈਆ ਵੀ ਕਰਵਾ ਰਹੀਆਂ ਹਨ, ਔਰ ਵੱਖ-ਵੱਖ ਤਰ੍ਹਾਂ ਦੇ ਨੀਡ ਬੇਸਡ ਜਿਹੜੇ ਨੇ ਇਹ ਕੰਪਿਊਟਰਾਈਜ਼ਡ ਵਾਚਿੰਗ ਸਿਸਟਮ ਅਵੇਲੇਬਲ ਨੇ, ਔਰ ਇਹਨਾਂ ਨੂੰ ਆਪ ਵੀ ਮੋਡੀਫਾਈ ਕੀਤਾ ਜਾ ਸਕਦਾ ਤਾਂ ਕਿ ਅਸੀਂ ਆਪਣੇ ਮੁਰਗੀ ਖਾਨੇ ਜਾਂ ਉਸਦੇ ਕੰਮਾਂ ਨੂੰ ਅਸੀਂ ਸੌਖਿਆਂ ਕਰ ਸਕੀਏ।